ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨਾ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਬਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਏਕ ਓੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਤ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀਆਂ ਭਰੇ ਸਤਿਕਾਰਯੋਗ ਸਤਸੰਗੀ ਜਨੋ ਸਾਹਿਬਾਂ ਨੂੰ ਸੀਸ ਝੁਕਾਉਂਦੇ ਹੋਇਆਂ ਦੋਵੇਂ ਹੱਥ ਜੋੜ ਕੇ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਜੀ ਦੀ ਅਪਾਰ ਬਖਸ਼ਿਸ਼ ਦੇ ਸਦਕਾ, ਸਤਿਗੁਰੂ ਜੀ ਦੀ ਰਹਿਮਤ ਦੇ ਸਦਕਾ ਸਾਨੂੰ ਇਹ ਸੁਭਾਗ ਸਮਾਂ ਪ੍ਰਾਪਤ ਹੋਇਆ ਜਿੱਥੇ ਅਸੀਂ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚੋਂ ਕੁਝ ਸਮਾਂ ਕੱਢ ਕੇ ਸਤਿਗੁਰਾਂ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਬਿਰਾਜਮਾਨ ਹੋ ਕੇ ਉਸ ਸਮੇਂ ਨੂੰ ਕੀਮਤੀ ਬਣਾਉਣ ਵਾਸਤੇ ਜਿੱਥੇ ਸਤਿਗੁਰਾਂ ਜੀ ਦੀ ਪਾਵਨ ਅੰਮ੍ਰਿਤਮਈ ਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕਰਦੇ ਹਾਂ, ਉਸ ਤੋਂ ਉਪਰੰਤ ਰੋਜ਼ਾਨਾ ਹੀ ਗੁਰ ਇਤਿਹਾਸ ਦੀ ਕਥਾ ਸਰਵਣ ਕਰਕੇ ਉਸ ਤੋਂ ਜਾਣੂ ਹੁੰਦੇ ਹਾਂ। ਪਿਛਲੇ ਦਿਨ ਤੋਂ ਅਸੀਂ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਵਿੱਚ ਪੂਰਵ ਅਧਿਆਏ 11ਵੇਂ ਦਾ ਪ੍ਰਸੰਗ ਆਰੰਭ ਕੀਤਾ ਸੀ, ਜਿਸ ਦੇ ਵਿੱਚ ਪ੍ਰਸੰਗ ਦੇ ਸਰਲੇਖ ਹੈ ਕਿ ਸੱਪ ਦੁਆਰਾ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਛਾਂ ਕਰਨੀ ਤੇ ਰਾਏ ਬੁਲਾਉਣ ਨੂੰ ਸਿੱਖਿਆ। ਕੱਲ੍ਹ ਦੇ ਦੀਵਾਨਾਂ ਦੇ ਵਿੱਚ ਅਸੀਂ ਇਹ ਪ੍ਰਸੰਗ ਸਰਵਣ ਕਰ ਚੁੱਕੇ ਹਾਂ ਕਿ ਜਿਸ ਅਸਥਾਨ ਦੇ ਉੱਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਗਾਵਾਂ ਮੱਝਾਂ ਚਰਾਉਣ ਦੇ ਵਾਸਤੇ ਜਾਂਦੇ ਨੇ, ਜਿਸ ਜੰਗਲ ਦੇ ਵਿੱਚ ਪਸ਼ੂ ਚਰਾਉਣ ਵਾਸਤੇ ਜਾਂਦੇ ਨੇ, ਉਸ ਇਲਾਕੇ ਦਾ ਵਾਤਾਵਰਣ, ਉਸ ਇਲਾਕੇ ਦੇ ਰੁੱਖ ਪੌਦੇ, ਫੁੱਲ ਬੂਟੇ ਕਿਹੋ ਜਿਹੇ ਨੇ। ਕਵੀ ਜੀ ਨੇ ਆਪਣੀ ਕਲਮ ਦੇ ਨਾਲ ਉਸ ਸਮੇਂ ਨੂੰ ਕਲਮਬੰਦ ਕੀਤਾ ਹੈ ਕਿ ਜਿਸ ਅਸਥਾਨ ਦੇ ਉੱਤੇ ਬਾਦਸ਼ਾਹ ਜੀ ਜਾਂਦੇ ਨੇ ਨਾ, ਬਸੰਤ ਰੁੱਤ ਦਾ ਮੌਸਮ ਹੋਣ ਦੇ ਕਾਰਨ ਸਾਰੇ ਫੁੱਲ ਬੂਟੇ, ਰੁੱਖ
ਵੇਲਾਂ ਜਿਹੜੀਆਂ ਫੁੱਲਾਂ ਦੀਆਂ ਨੇ ਸਾਰੀਆਂ ਰੰਗ ਬਿਰੰਗੇ ਫੁੱਲਾਂ ਦੇ ਨਾਲ ਭਰੀਆਂ ਹੋਈਆਂ ਨੇ। ਹੋਰ ਤੇ ਹੋਰ ਅੰਬਾਂ ਨੂੰ ਵੀ ਬੂਰ ਪਿਆ ਹੋਇਆ, ਜਿਸ ਦੇ ਕਾਰਨ ਕੋਇਲ ਜਿਹੜੀ ਹੈ ਅੰਬਾਂ ਦਾ ਬੂਰ ਦੇਖ ਕੇ ਮਧੁਰ ਮਿੱਠੀ ਆਵਾਜ਼ ਦੇ ਨਾਲ ਉਹ ਆਪਣੀ ਜ਼ੁਬਾਨ ਤੋਂ ਮਿੱਠੇ ਬੋਲ ਬੋਲਦੀ ਹੈ। ਤੇ ਜਿਸ ਅਸਥਾਨ ਦੇ ਉੱਤੇ ਪਾਤਸ਼ਾਹ ਜੀ ਗਾਵਾਂ ਮੱਝਾਂ ਚਰਾਉਂਦੇ ਨੇ, ਇੱਕ ਰੁੱਖ ਦਾ ਆਸਰਾ ਲੈਂਦਿਆਂ ਤੇ ਪਾਤਸ਼ਾਹ ਜੀ ਕੁਝ ਸਮਾਂ ਗਾਵਾਂ ਮੱਝਾਂ ਚਰਾਉਣ ਤੋਂ ਬਾਅਦ ਉਸ ਰੁੱਖ ਦੇ ਹੇਠ ਬੈਠ ਜਾਂਦੇ ਨੇ ਤੇ ਇੱਕ ਪੱਤਿਆਂ ਦਾ ਵਿਛਾਉਣਾ ਤਿਆਰ ਕਰਦੇ ਨੇ। ਜਿਹੜੇ ਪੱਤੇ ਟੁੱਟੇ ਹੋਏ ਨੇ ਨਾ, ਉਹਨਾਂ ਨੂੰ ਇਕੱਤਰਤ ਕਰਕੇ ਇੱਕ ਵਿਛਾਉਣੇ ਦੇ ਵਾਂਗ ਇੱਕ ਸੇਜ ਤਿਆਰ ਕਰਦੇ ਨੇ। ਫਿਰ ਉਸ ਦੇ ਉੱਪਰ ਚਿੱਟੀ ਚਾਦਰ ਵਿਛਾ ਕੇ ਲੰਮੇ ਪੈ ਜਾਂਦੇ ਨੇ ਤੇ ਇਸ ਤਰ੍ਹਾਂ ਆਰਾਮ ਕਰਦਿਆਂ 6 ਘੜੀਆਂ ਦਾ ਸਮਾਂ ਜਿਹੜਾ ਹੈ ਉਹ ਬੀਤ ਜਾਂਦਾ ਹੈ ਤੇ ਸੂਰਜ ਪੱਛਮ ਦਿਸ਼ਾ ਦੇ ਵੱਲ ਛਿਪਣ ਦੇ ਲਈ ਤਿਆਰ ਹੋ ਜਾਂਦਾ। ਢਲਣ ਵਾਸਤੇ ਸੂਰਜ ਆਪਣੀ ਗਤੀ ਦੇ ਨਾਲ ਵੱਧਦਾ ਜਾਂਦਾ ਹੈ ਤੇ ਉਸ ਰੁੱਖ ਦਾ ਪਰਛਾਵਾਂ ਵੀ ਢਲ ਜਾਂਦਾ ਹੈ। ਇੰਨੇ ਨੂੰ ਕਹਿੰਦੇ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਸੀਸ ਦੇ ਉੱਤੇ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਸਰੀਰ ਦੇ ਉੱਤੇ ਜਦੋਂ ਧੁੱਪ ਪੈਂਦੀ ਹੈ ਨਾ, ਤਾਂ ਉਸ ਅਸਥਾਨ ਦੇ ਉੱਤੇ ਇੱਕ ਸ਼ੇਸ਼ਨਾਗ ਜਿਹੜਾ ਹੈ ਉਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਤੀ ਦੇਖਦਾ ਹੈ। ਉਹਨਾਂ ਦਾ ਮੁਖੜਾ ਦੇਖ ਕੇ ਉਸ ਸ਼ੇਸ਼ਨਾਗ ਦੇ ਮਨ ਦੇ ਵਿੱਚ ਇਹ ਵਿਚਾਰ ਆਉਂਦੀ ਹੈ, ਸੋਚਦਾ ਹੈ ਕਿ ਮੈਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੀ ਧੁੱਪ ਇਹਨਾਂ ਦੇ ਸਰੀਰ ਦੇ ਉੱਤੇ ਪੈ ਰਹੀ ਹੈ ਨਾ, ਮੈਂ ਉਸ ਨੂੰ ਹਟਾਵਾਂ, ਉਸ ਧੁੱਪ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਦੂਰ ਕਰਾਂ। ਇੱਥੋਂ ਤੱਕ ਦਾ ਪ੍ਰਸੰਗ ਅਸੀਂ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਸਰਵਣ ਕਰ ਚੁੱਕੇ ਹਾਂ। ਆਓ ਕਿਸ ਤਰ੍ਹਾਂ ਉਹ ਸੱਪ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਸੀਸ ਤੋਂ ਧੁੱਪ ਨੂੰ ਦੂਰ ਕਰਨ ਦਾ ਯਤਨ ਕਰਦਾ ਹੈ। ਇਸ ਪ੍ਰਸੰਗ ਦੇ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸੀਸ ਝੁਕਾਉਂਦਿਆਂ ਹੋਇਆਂ ਆਪਣੀ ਰਸਨਾ ਤੋਂ ਉਚਾਰਨ ਕਰੀਏ ਜੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਸਵੇਤ ਵਰਨ ਗੋਦੁਗ ਗਦ ਨਵੀਨਾ, ਧਰ ਦੂਸਰ ਤਨ ਆਪ ਪ੍ਰਵੀਨਾ। ਇਸੇ ਤਰ੍ਹਾਂ ਜਦੋਂ ਸ਼ੇਸ਼ਨਾਗ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਸੀਸ ਦੇ ਉੱਤੇ ਚੰਦ ਵਰਗੇ ਮੁਖੜੇ ਦੇ ਉੱਤੇ ਉਹ ਧੁੱਪ ਦੇ ਨਾਲ ਜਿਹੜਾ ਪਸੀਨਾ ਆ ਗਿਆ ਸੀ ਨਾ, ਮੁੜਕਾ ਆ ਗਿਆ ਸੀ, ਉਹ ਬੂੰਦਾਂ ਟਪਕਦੀਆਂ ਦੇਖੀਆਂ ਤਾਂ ਸ਼ੇਸ਼ਨਾਗ ਨੇ ਮਨ ਦੇ ਵਿੱਚ ਧਾਰਿਆ ਵੀ ਇਸ ਧੁੱਪ ਨੂੰ ਦੂਰ ਕੀਤਾ ਜਾਵੇ। ਤਾਂ ਇੱਥੇ ਕਵੀ ਜੀ ਆਖਦੇ ਨੇ, ਸਵੇਤ ਦਾ ਭਾਵ ਹੈ ਗਾਂ, ਸਵੇਤ ਵਰਨ ਗੋਦੁਗਗਤ ਨਵੀਨਾ, ਕਿ ਗਾਂ ਦੇ ਸੱਜਰੇ ਦੁੱਧ ਵਰਗਾ। ਜਿਵੇਂ ਗਾਂ ਦੇ ਦੁੱਧ ਦਾ ਰੰਗ ਹੁੰਦਾ ਹੈ ਨਾ, ਸਫੇਦ ਰੰਗ, ਤੇ ਇਸੇ ਤਰ੍ਹਾਂ ਕਹਿੰਦੇ ਉਸ ਸੱਪ ਨੇ ਧਰ ਦੂਸਰ ਤਨ ਆਪ ਪਰਵੀਨਾ, ਸ਼ੇਸ਼ਨਾਗ ਨੇ ਸਫੇਦ ਦੂਸਰਾ ਤਨ ਧਾਰ ਕਰਕੇ ਆ ਗਿਆ ਹੈ ਕਿ ਉਹ ਪਾਤਸ਼ਾਹ ਜੀ ਨੂੰ ਸ਼ਾਂਤ ਕਰਨ ਵਾਸਤੇ ਹੁਣ ਸ਼ੇਸ਼ਨਾਗ ਨੇ ਆਪਣਾ ਰੂਪ ਜਿਹੜਾ ਹੈ ਉਹ ਬਦਲਿਆ ਹੈ। ਭਾਵ ਸਫੇਦ ਰੰਗ ਦਾ ਜਿਹੜਾ ਉਸਨੇ ਰੰਗ ਧਾਰਿਆ ਹੈ, ਤਨ ਧਾਰ ਕੇ ਉੱਥੇ ਪਹੁੰਚਿਆ ਹੈ। ਸੁੰਦਰ ਸੁਖ ਮੰਦਰ ਕੋ ਦੇਖੀ, ਕੀਨ ਬੰਦਨਾ ਪ੍ਰੀਤ ਵਿਸ਼ੇਖੀ। ਤੇ ਇਸੇ ਤਰ੍ਹਾਂ ਉਹ ਸ਼ੇਸ਼ਨਾਗ ਨੇ ਜਿਹੜਾ ਹੁਣ ਰੂਪ ਧਾਰਨ ਕੀਤਾ ਹੈ, ਤਾਂ ਬੜੀ ਹੀ ਉਸ ਨੇ ਮਨ ਦੇ ਵਿੱਚ ਸੁੱਖ ਪ੍ਰਾਪਤ ਕੀਤਾ। ਆਪਣੇ ਹਿਰਦੇ ਘਰ ਦੇ ਵਿੱਚ ਸ਼ੇਸ਼ਨਾਗ ਨੇ ਬੜਾ ਸੁੱਖ ਮਾਣਿਆ ਤੇ ਉਸ ਨੇ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਵੰਦਨਾ ਕੀਤੀ, ਡੰਡੌਤ ਕੀਤੀ, ਪਾਤਸ਼ਾਹ ਜੀ ਨੂੰ ਸਿਜਦਾ ਕੀਤਾ। ਤੇ ਇਸੇ ਤਰ੍ਹਾਂ ਉਸ ਸ਼ੇਸ਼ਨਾਗ ਦੀ ਵੀ ਪ੍ਰੀਤ ਜਿਹੜੀ ਹੈ ਉਹ ਵੱਧ ਗਈ ਹੈ। ਬਹੁਰ ਤੀਨ ਪਰ ਦਸ਼ਨਾ ਦੀਨੀ, ਸੀਸ ਦਿਸ਼ਾ ਨਿਜ ਸਥਿਤ ਕੀਨੀ। ਤੀਨ ਭਾਵ ਤਿੰਨ, ਪ੍ਰਦਰਸ਼ਨਾਂ ਦਾ ਭਾਵ ਪ੍ਰਕਰਮਾ। ਕਹਿੰਦੇ ਉਸ ਫਿਰ ਸ਼ੇਸ਼ਨਾਗ ਨੇ ਜਿਹੜਾ ਸਫੇਦ ਰੰਗ ਦਾ ਤਨ ਧਾਰਨ ਕਰਕੇ ਆਇਆ ਹੋਇਆ ਹੈ ਨਾ, ਫਿਰ ਉਸ ਨੇ ਸਭ ਤੋਂ ਪਹਿਲਾਂ ਜਦੋਂ ਪਾਤਸ਼ਾਹ ਜੀ ਨੂੰ ਨਮਸਕਾਰ ਕੀਤੀ, ਵੰਦਨਾ ਕੀਤੀ, ਡੰਡੌਤ ਕੀਤੀ, ਪ੍ਰੀਤ ਮਨ ਦੇ ਵਿੱਚ ਹੋਰ ਵਧਣ ਦੇ ਨਾਲ, ਭਾਵਨਾ ਵਧਣ ਦੇ ਨਾਲ ਉਸ ਸ਼ੇਸ਼ਨਾਗ ਨੇ ਕਹਿੰਦੇ ਜਿਸ ਅਸਥਾਨ ਦੇ ਉੱਤੇ ਪਾਤਸ਼ਾਹ ਜੀ ਬਿਰਾਜਮਾਨ ਨੇ, ਆਰਾਮ ਕਰ ਰਹੇ ਨੇ, ਤਾਂ ਉਹਨਾਂ ਦੇ ਦੁਆਲੇ ਉਸ ਸ਼ੇਸ਼ਨਾਗ ਨੇ 3 ਵਾਰ ਪਰਿਕਰਮਾ ਕੀਤੀ। ਸੀਸ ਦਿਸ਼ਾ ਨਿਜ ਸਥਿਤ ਕੀਨੀ, ਫਿਰ ਆਪਣਾ ਸਿਰ ਉਸ ਪਾਸੇ ਵੱਲ ਕੀਤਾ, ਆਪਣਾ ਫਨ ਉਸ ਪਾਸੇ ਵੱਲ ਪਸਾਰਿਆ
जिस पासे धन गुरु नानक साहब जी महाराज जी का मुखड़ा सी, उस मुखड़े नूं छां देण दे वास्ते उस सिर वल दे पासे फिर ये शेषनाग ने अपने फन का जिहड़ा विस्तारण है वो कीता है। हेत छांव के फन विस्तारा, अत उज्जल जिव सुरसर धारा। ते कहते जिहड़ा छां करन दे वास्ते अपना फन उसने पसारिया है ना, वो इस तरह प्रतीत हो रहा भी उस फन दे विचों गंगा की धार वगरी हो, गंगा की धार वर्गा उज्जल वो फन है। ते भाव उस फन दे नाल इन्नी शांत इन्नी ठंडी थां वो बन गई है, उस दी छां दे नाल बहुत रमणीक थां बन गई है। ऊंचो फन अस शोभा पाई, किंदो सिंध सी सैन बनाई। ते कहते मानो उसने इहो जी शोभा प्राप्त की, उस शेषनाग ने इहो जी शोभा प्राप्त की कि मानो समुंदर वर्गी सेज विछी होवे, समुंदर वर्गी सेज बना ली। जिस तरह समुंदर दे विच पानी ज़्यादा होने के कारण आम तौर के उत्ते देखा जाता है कि उस थां के उत्ते जदों लहरां आउंदियां ने तां किते ना किते हवा के ठंडे बुल्ले भी आउंदे ने। इसे तरह उस शेषनाग ने जदों अपना फन फैलारिया है ना, तो कहते मानो इस तरह प्रतीत हो रहा भी जिवें समुंदर वर्गी किते सेज बना ली होवे। सब शरीर पर जिसकी छाया, जड़ा साथिर नह नैक डुलाया। ते उस शेषनाग ने गुरु जी के सारे शरीर के उत्ते इस तरह छां कर दी है कि वह जड़ वर्गा जिवें रुख दियां जड़ां मजबूत हुंदियां ने ना, तो हिलदियां नहीं, इसे तरह वो स्थिर है, जड़ा दे वांग स्थिर है। तो मन लो वो किसी भी तरीके दे नाल डोलिया नहीं, डरदा नहीं। आम तौर के उत्ते की हुंदा जदों असीं किते सप देखते हैं ना, तो असीं सप तो डरते हैं। हालांकि सप मनुख नूं देख के डर जाता, उसनूं अपनी जान की फिक्र होंदी, पर असीं उस तो डरन के कारण उसनूं देख के अपने मन दे विच डर पैदा कर लैंदे आ, ते वो अपनी जान बचाउण लई भजदा ते असीं अपना बचा करदे। इसे तरह कहते इस शेषनाग ने जदों पातशाह जी के उपर फन खिलारिया है ना, ये जरा भी डोलिया नहीं, इसके मन के डर नहीं पैदा होया, सगों पातशाह जी को नमस्कार की, वंदना करके परिक्रमा करके अपने कारज दे विच लग गया भी किसी तरह मैं ये धुप जिहड़ी है ये दूर कर सकां। तलवंडी निरपराए बुलारू, सोस सैन कित अणत पधारू। ते इसे तरह जदों उस नगर का उस इलाके का जिहड़ा राजा है ना, राय बुलार, कहते उस इलाके तो उस नगर तो अपनियां फौजां दे समेत, अपनी सैना समेत, अपने सिपाहियां दे समेत किते दूर निकलिया होया, किसी होर थां दे उत्ते गया होया है। तेह वेला तह चल कर आवा, जे को जाग्यो भाग सुहावा। ते इन्ने नूं कहंदे जिस अस्थान के उत्ते वो राजा गया होया सी ना, राजा राय बुलार अपनियां फौजां समेत, इन्ने नूं घुमदा घुमाउंदा उस अस्थान के उत्ते पहुँच जाता जिस थां के उत्ते ये पूरा कौतक वरत रहा, जिस थां के उत्ते पातशाह जी विराजमान ने, पातशाह जी ने आसन लगाए हुए ने, ते जिस अस्थान के उत्ते वो शेषनाग पातशाह जी का धुप जिहड़ी है वह दूर कर रहा, उन्होंने छां कर रहा। उस स्थान के उत्ते कहते राय बुलार अपनियां फौजां समेत उस अस्थान के उत्ते पहुँचता है। जे को जाग्यो भाग सुहावा, ते जिथे जाके उस राय बुलार दे भी भाग जाग पए ने। अणी तुरंगम संग सुरंगा, आवे नगरे अंग अमंगा। ते कहते उस दे नाल जिहड़ी फौज है, ते नाल घोड़ियां वाली फौज भी है, कुछ पैदल सिपाही भी ने, कुछ घोड़ियां दे उत्ते भी चल के आ रहे हैं। तो इस दे नाल कहते आवे नगरे अंग उमंगा, वो अपने नगर नूं बड़े उत्साह दे नाल आ रहा सी। राय बुलार किसी होर इलाके दे वल गया होने के कारण उस नगर वाल नूं आ रहा जिस अस्थान के उत्ते तलवंडी दे वणां दे विच, तलवंडी दे जंगलां दे विच पातशाह जी गावां मੱਝਾਂ चराउण दे वास्ते जांदे ने। देख नाग को क्यों अनुमाना, उज्जल पट आतप ते ताना। ते उन्होंने उस शेषनाग नूं देख के मन दे विच ये अनुमान लगाया कि किसी ने धुप तो बचण दे वास्ते
सफ़ेद जिहड़ा पटड़ा है, सफ़ेद रंग का कोई वस्त्र है, सफ़ेद रंग की कोई चीज़ है, वो ताणी होवे। क्योंकि असी प्रसंग के आरंभ दे विच भी यह जिक्र किया कि जिवें गावां दा दुੱਧ हुंदा है ना सफ़ेद रंग का, इस तरह का वो रंग धारण करके, तन धारण करके शेषनाग उस स्थान के उत्ते आउंदा है। तो जदों राय बुलार ने दूरों तक्या तो मन उसनूं इंज प्रतीत हो रहा भी किसी ने धुप तो बचण की खातर अपने उत्ते चिट्टे रंग का कोई जिहड़ा वस्त्र है, चिट्टे रंग की कोई चीज़ उस धुप नूं दूर करन वास्ते, छां मानण वास्ते वो ताणी हुई होवे। तरवर की छाया पर त्यागी, पट ओटन क्यों पा अनुरागी। ते फिर राय बुलार मन दे विच सोचदा है, तरवर दा भाव हुंदा रुख, ते कहंदा भी इन्ने जंगल दे विच रुख ने रुख दी छां नूं छड्ड के, रुखां दी छावें लम्मा पैना छड्ड के भी किसी भले पुरुष ने ये जिहड़ा चिट्टे रंग का जिहड़ा जो भी है ताणिया होया है, ये क्यों ताणिया। उस दे मन दे विच ये सवाल पैदा हो गया। हुण उसनूं ये नहीं पता ने भी धुप दे नाल सूरज जिवें ढलदा जांदा, वो दरख्तां दा परछावां भी ढलदा गया। हुण पातशाह जी दा छां रुख दी ते पए सन, समां बीतदा गया, जिवें सूरज गति करदा गया ते रुखां दा परछावां भी अपनी दशा बदलदा गया। ते राय बुलार जदों आके देखदा तो मन दे विच ये अनुमान लगांदा भी शायद किसी ने धुप तो बचण की खातर अपने उत्ते ये चीज़ ताणी हुई है। अस विचार करत्यो टिकिया वा, रसना फरकत मुख दृष्टावा। ते जदों ये सारा विचार उस दे मन दे विच चल रहे ने, अपने मन दे विच अनुमान लगा रहा, ते इसे तरह जदों करदा करदा रसना फरकत मुख दृष्टावा, उसने मूँह दे विच जदों उस सप दे मूँह दे विच जवान फरकदी देखी ना, नेड़े आके देखिया, तो फिर उसनूं महसूस होया भी ये तो भाई सप है, ये तो नाग है, ये तो शेष नाग है भी जिहड़ा ये अपना आसरा दे के किसी नूं अपने छावें बिठाई बैठा है। भोगी लख वट भोगा करा, करि ऊंचो आयुत विस्तारा। ते फिर इस तरह नेड़े आके उन्होंने चंगी तरीके दे नाल तक्या, ते कहंदे जिहड़ा वो नाग सी ना, उसदे फण दा आकार जदों वेख्या बहुत विशाल सी। हुण आपे असीं अनुमान लगा सकते हाँ भी धन गुरु नानक साहिब जी महाराज जी दे पूरे शरीर नूं उसने छां प्रदान की हुई है, भी किन्ना वो फन का पसारा पसरिया होवेगा। ते इसे तरह कवि जी अपनी कलम दे नाल वो पूरा इतिहास कलमबंद करते हैं भी राय बुलार उन्होंने जदों नेड़े आके फौज दे समेत वो सारा कुछ तकिया और कौतक देखे, अपनी अखां दे नाल वो दृष्टांत देखिया, तो मन दे विच जिहड़े अनुमान लगाए हुए सन, नेड़े आके तक्या भी भाई उस शेषनाग दे मूँह दे विच जिहड़ी जीभ है वो भी फड़कारे मार रही है। बड़े चौड़े आकार का जिहड़ा सी उसदा सीस सी शेषनाग दा वो फैलिया होया है। राय विचारत उर परदाया, बारिक मरियो ता पनंग खाया। ते हुण राय बुलार ने जदों तक्या भी ये तां शेषनाग ने फन पसारिया होया, कोई बच्चा इस दी छावें पिया होया, ते उसने मन दे विच ये विचार अनुमान लगाए ने भी इस शेषनाग ने शायद इस बच्चे नूं मार दिता है, इस नूं डंग लिया, डंगण दे कारण ये बच्चा जिहड़ा हिल नहीं रहा, एकांत बस लम्मा पिया होया है। राय बुलार ये मन दे विच अनुमान लगा रहा भी शायद इस सप ने इस बच्चे नूं अपने डंग दे नाल मार दिता है। जे जीवत एको अवतारी, सर्प सवेत जह सेवाकारी। ते नाल ही मन दे विच ये अनुमान लगा रहा भी कहंदे जेकर तां इस शेषनाग दी छावें भी ये बच्चा जिउंदा है, तां राय बुलार आखदा भी ये कोई अवतार ही है, ये कोई अकाल पुरख का अवतार है, परमात्मा का अवतार है। जेकर इस सप की छां दे थल्ले भी ये बच्चा जिउंदा रह गया, तो जिसने सफेद रंग का जिहड़ा रंग धारण किया होया है ना, तो ये सारा कुछ अनुमान राय बुलार अपने मन दे विच लगा रहा है। हेरन हित प्रत निकट पठाया, तब जी मंग पाताल सिधाया। ते सारा कुछ देखण दे वास्ते भी बच्चा जिउंदा है, बच्चा जिउंदा है, जब बच्चे नूं डंग मार दिता सप ने,
ਇਹ ਸਾਰਾ ਕੁਝ ਦੇਖਣ ਦੇ ਵਾਸਤੇ ਹੁਣ ਰਾਏ ਬੁਲਾਰ ਨੂੰ ਆਪਣੀ ਵੀ ਜਾਨ ਦਾ ਫਿਕਰ ਪਿਆ ਵੀ ਕਿਤੇ ਉਹ ਸੱਪ ਸਾਡੇ ਵੱਲ ਨੂੰ ਨਾ ਹੋ ਜਾਵੇ। ਤੇ ਇਸ ਦੇ ਵਾਸਤੇ ਉਸਨੇ ਆਪਣੇ ਇੱਕ ਸਿਪਾਹੀ ਨੂੰ, ਆਪਣੇ ਇੱਕ ਫੌਜਦਾਰ ਨੂੰ ਨੇੜੇ ਜਾ ਕੇ ਪੂਰਾ ਕੁਝ ਦੇਖਣ ਦੇ ਲਈ ਆਖਿਆ। ਹੇਰਨ ਹਿਤ ਪਿਤ ਨਿਕਟ ਪਠਾਇਆ, ਤਬ ਜੀਮਕ ਪਾਤਾਲ ਸਿਧਾਇਆ। ਤੇ ਇਸੇ ਤਰ੍ਹਾਂ ਨੌਕਰ ਨੇ ਵੇਖ ਕੇ, ਜਿਹੜਾ ਨੌਕਰ ਨੇੜੇ ਗਿਆ ਨਾ, ਜਿਸ ਤਰ੍ਹਾਂ ਆਪ ਜੀ ਦੇ ਨਾਲ ਪਹਿਲਾਂ ਵੀ ਵਿਚਾਰ ਸਾਂਝੇ ਕੀਤੇ ਨੇ ਕਿ ਜਦੋਂ ਕਿਤੇ ਸੱਪ ਦੇਖਦੇ ਆ ਤਾਂ ਅਸੀਂ ਡਰ ਜਾਂਦੇ ਹਾਂ, ਪਰ ਉਹ ਸੱਪ ਨੂੰ ਆਪਣਾ ਡਰ ਪਿਆ ਹੁੰਦਾ ਆਪਣੀ ਜਾਨ ਬਚਾਉਣ ਦੇ ਲਈ। ਜਦੋਂ ਉਹ ਨੌਕਰ ਨੇੜੇ ਜਾ ਕੇ ਸਾਰਾ ਕੁਝ ਦੇਖਦਾ ਹੈ ਤਾਂ ਨੌਕਰ ਨੂੰ ਦੇਖ ਕੇ, ਨੌਕਰ ਦੇ ਡਰ ਦੇ ਨਾਲ, ਉਹ ਕਹਿੰਦੇ ਸੱਪ ਆਪਣੇ ਘਰ ਦੇ ਵਿੱਚ ਜਾ ਕੇ ਛੁਪ ਜਾਂਦਾ ਹੈ। ਪੁਨਗਾ ਤੋਰ ਤੁਰੰਗਮ ਰਾਉ, ਲਖ ਅਚਰਜ ਪਛਣ ਚਿਤ ਚਾਉ। ਤੇ ਫਿਰ ਰਾਏ ਬੁਲਾਰ ਕਹਿੰਦੇ ਆਪਣੇ ਤੁਰੰਗਮ ਦਾ ਭਾਵ ਹੈ ਘੋੜੇ, ਜਿਸ ਘੋੜੇ ਦੇ ਉੱਤੇ ਰਾਏ ਬੁਲਾਰ ਚੜ੍ਹ ਕੇ ਸਵਾਰੀ ਕਰਕੇ ਆਇਆ ਹੋਇਆ, ਤੇ ਉਸ ਘੋੜੇ ਨੂੰ ਤੋਰ ਕੇ ਆਪ ਉਸ ਅਸਥਾਨ ਦੇ ਉੱਤੇ ਪਹੁੰਚਦਾ ਹੈ ਜਿਸ ਅਸਥਾਨ ਦੇ ਉੱਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇੱਕ ਰੁੱਖ ਦੀ ਛਾਂ ਦੇ ਥੱਲੇ ਪਏ ਹੋਏ ਸਨ। ਉਸ ਅਸਥਾਨ ਦੇ ਉੱਤੇ ਰਾਏ ਬੁਲਾਰ ਪਹੁੰਚਦਾ ਹੈ। ਲੱਖ ਅਚਰਜ ਪਛਣ ਚਿਤ ਚਾਉ। ਇਹ ਕਹਿੰਦੇ ਅਚਰਜ ਕੌਤਕ ਵੇਖ ਕੇ ਉਸ ਦੇ ਮਨ ਦੇ ਵਿੱਚ ਵੀ ਬੜੀ ਖੁਸ਼ੀ ਹੁੰਦੀ ਹੈ, ਆਪਣੇ ਮਨ ਦੇ ਵਿੱਚ ਬੜੀ ਖੁਸ਼ੀ ਮਹਿਸੂਸ ਕਰਦਾ, ਕਿਉਂਕਿ ਦੂਰੋਂ ਉਸ ਨੂੰ ਇਹ ਨਹੀਂ ਪਤਾ ਸੀ ਵੀ ਇਸ ਅਸਥਾਨ ਦੇ ਉੱਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਬਿਰਾਜਮਾਨ ਨੇ। ਤੇ ਰਾਏ ਬੁਲਾਰ ਇਹ ਹੁਣ ਸਾਰਾ ਕੁਝ ਦੇਖ ਕੇ ਮਨ ਦੇ ਵਿੱਚ ਬਹੁਤ ਆਨੰਦ ਮਹਿਸੂਸ ਕਰਦਾ, ਮਨ ਦੇ ਵਿੱਚ ਬਹੁਤ ਖੁਸ਼ੀ ਮਹਿਸੂਸ ਕਰਦਾ ਹੈ। ਨਿਕਟ ਗਏ ਸੁਣ ਖਰਕਾ ਖੁਰਕੋ, ਤਨ ਸੁਚੇਤ ਪਾਵੇ ਦੀ ਬਰਕੋ। ਜਦੋਂ ਹੁਣ ਘੋੜਿਆਂ ਦੇ ਸਮੇਤ ਫੌਜ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਪਹੁੰਚਦੀ ਹੈ, ਘੋੜਿਆਂ ਦਾ ਖੜਾਕ ਸੁਣ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਵੀ ਆਪਣੀਆਂ ਅੱਖਾਂ ਖੋਲ੍ਹ ਲੈਂਦੇ ਨੇ। ਤਨ ਸੁਚੇਤ ਪਾਵੇ ਦੀ ਬਰਕੋ, ਤੇ ਬੜੇ ਸੁਚੇਤ ਹੋ ਕੇ ਸ੍ਰੇਸ਼ਟ ਬੁੱਧੀ ਵਾਲੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਹਨਾਂ ਘੋੜਿਆਂ ਦਾ ਖੜਾਕ ਸੁਣ ਕੇ ਉਸ ਅਸਥਾਨ ਦੇ ਉੱਤੇ ਸੁਚੇਤ ਹੋ ਕੇ ਵਿਰਾਜਮਾਨ ਹੋ ਜਾਂਦੇ ਨੇ। ਲੋਚਨ ਬਿਗਸੇ ਦਲ ਪੁਸ਼ਕਰ ਸੇ, ਮੇਚਕ ਤਾਰੇ ਬਰਮਦ ਕਰਸੇ। ਤੇ ਕਮਲ ਦੇ ਪੱਤਿਆਂ ਵਰਗੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਕੋਮਲ ਨੈਣ, ਕਹਿੰਦੇ ਅੱਖਾਂ ਖੋਲੀਆਂ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ। ਤੇ ਇਸੇ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਕਹਿੰਦੇ ਅੱਖਾਂ ਦੇ ਵਿੱਚ ਜਿਹੜੀਆਂ ਕਾਲੀਆਂ ਪੁਤਲੀਆਂ ਨੇ ਨਾ, ਜਿਵੇਂ ਫੁੱਲ ਦੇ ਉੱਤੇ ਕਿਥੇ ਭੋਰਾ ਮੰਡਰਾਉਂਦਾ ਹੋਵੇ, ਇਸੇ ਤਰ੍ਹਾਂ ਕਹਿੰਦੇ ਉਹ ਕਾਲੇ ਰੰਗ ਦੀਆਂ ਜਿਹੜੀਆਂ ਪੁਤਲੀਆਂ ਨੇ ਉਹ ਸ਼ੋਭਾ ਪਾਉਂਦੀਆਂ ਨੇ। ਟਿਕ ਅਰੂੜ ਅਸ ਹੇਰਿਓ ਰਾਈ, ਪੀਰ ਪਟਨ ਕੀ ਸੰਗ ਸੁਹਾਈ। ਤੇ ਕਹਿੰਦੇ ਘੋੜੇ ਤੇ ਚੜਿਆ ਹੋਇਆ ਰਾਏ ਬੁਲਾਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਲਾਗੇ ਪਹੁੰਚਦਾ ਹੈ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਪਹੁੰਚਦਾ ਹੈ। ਉਠ ਤਬ ਸਿਰ ਨਿਭਾਏ ਕੇ ਬੰਧਨ, ਜੋ ਕਲਮਲ ਕਲ ਕਾਲ ਨਿਕੰਦਨ। ਤੇ ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇਖੋ ਇਸ ਪ੍ਰਸੰਗ ਦੇ ਵਿੱਚ ਕਵੀ ਜੀ ਜ਼ਿਕਰ ਕਰਦੇ ਨੇ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀਨ ਦੁਨੀਆ ਦੇ ਪਾਤਸ਼ਾਹ ਨੇ, ਪਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇਸ ਥਾਂ ਦੇ ਉੱਤੇ ਜਿਸ ਸਮੇਂ ਦੇ ਵਿੱਚ ਵਿਚਰ ਰਹੇ ਨੇ, ਹਾਲਾਂਕਿ ਸਮਾਜ ਦੇ ਲੋਕ ਉਹਨਾਂ ਦੀ ਜੈ ਜੈਕਾਰ ਕਰਦੇ ਨੇ। ਉਮਰ ਦੇ ਵਿੱਚ ਚਾਹੇ ਉਹਨਾਂ ਦੀ ਉਮਰ 11-12 ਸਾਲ ਦਾ ਸਮਾਂ ਹੈ, ਪਰ ਪੂਰੇ ਨਗਰ ਦੇ ਲੋਕ ਉਹਨਾਂ ਨੂੰ ਮੰਨਦੇ ਨੇ, ਉਹਨਾਂ ਦੀ ਵਿਚਾਰਧਾਰਾ ਦੇ ਨਾਲ ਸਹਿਮਤ ਹੁੰਦੇ ਨੇ। ਗੋਪਾਲ ਪਾਂਧਾ ਵੀ ਉਹਨਾਂ ਦੀ ਵਿਚਾਰਧਾਰਾ ਦੇ ਨਾਲ ਸਹਿਮਤ ਹੋ ਗਿਆ, ਮੌਲਵੀ ਵੀ ਉਹਨਾਂ ਦੀ ਵਿਚਾਰਧਾਰਾ ਦੇ ਨਾਲ ਸਹਿਮਤ ਹੋ ਗਿਆ। ਪੰਡਿਤ ਹਰਦਿਆਲ ਜਿਹੜਾ ਪਾਤਸ਼ਾਹ ਜੀ ਨੂੰ ਜਨੇਊ ਧਾਰਨ ਕਰਵਾਉਣ ਵਾਸਤੇ ਆਇਆ ਸੀ, ਉਹ ਵੀ ਉਹਨਾਂ ਦੀ ਵਿਚਾਰਧਾਰਾ ਦੇ ਨਾਲ ਸਹਿਮਤ ਹੋ ਗਿਆ। ਇਹਨਾਂ ਤਿੰਨਾਂ ਵਿਸ਼ੇਸ਼ ਆਗੂਆਂ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਨਮਸਕਾਰਾਂ ਕੀਤੀਆਂ ਨੇ, ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਟਹਿ ਪਏ ਨੇ। ਹੁਣ ਮੌਕੇ ਦਾ ਰਾਜਾ, ਨਗਰ ਦਾ ਰਾਜਾ ਪਾਤਸ਼ਾਹ ਜੀ ਦੇ ਕੋਲ ਆ ਰਿਹਾ, ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਿਤਾ ਜੀ ਮਹਿਤਾ ਕਾਲੂ ਜੀ ਵੀ ਰਾਏ ਬੁਲਾਰ ਦੇ ਕੋਲ ਨੌਕਰੀ ਕਰਦੇ ਨੇ, ਪਟਵਾਰੀ ਦੀ ਕਾਰ ਕਰਦੇ ਨੇ। ਤੇ ਇਸੇ ਤਰ੍ਹਾਂ ਪਿਤਾ ਜੀ ਜਿਸ ਤਰ੍ਹਾਂ ਰਾਏ ਬੁਲਾਰ ਦੇ ਅਧੀਨ ਕੰਮ ਕਰਦੇ ਨੇ, ਸੁਭਾਵਿਕ ਹੀ ਹੈ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਤੇ ਰਾਏ ਬੁਲਾਰ ਦੇ ਵਿੱਚ ਆਪਸ ਦੇ ਵਿੱਚ ਬਹੁਤ ਪ੍ਰੇਮ ਪਿਆਰ ਵੀ ਹੋਵੇਗਾ, ਆਪਸ ਦੇ ਵਿੱਚ ਮਿਲਣੀ ਵਰਤ ਵੀ ਹੋਣੀ ਹੋਵੇਗੀ। ਤੇ ਰਾਏ ਬੁਲਾਰ ਵੀ ਉਸ ਕਾਰਜ ਦੇ ਵਿੱਚ ਸ਼ਾਮਲ ਹੋਇਆ ਸੀ ਜਿਸ ਕਾਰਜ ਦੇ ਵਿੱਚ ਪੰਡਿਤ ਹਰਦਿਆਲ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਵਿਚਕਾਰ ਵਿਚਾਰ ਚਰਚਾ ਹੁੰਦੀ ਜਨੇਊ ਨੂੰ ਲੈ ਕੇ। ਰਾਏ ਬੁਲਾਰ ਪਹਿਲਾਂ ਤੋਂ ਹੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਮਹਿਮਾ ਤੋਂ ਜਾਣੂ ਹੈ। ਤੇ ਇਸੇ ਤਰ੍ਹਾਂ ਹੁਣ ਜਦੋਂ ਰਾਏ ਬੁਲਾਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਚੱਲ ਕੇ ਆਉਂਦਾ, ਘੋੜੇ ਦੇ ਉੱਤੇ ਸਵਾਰ ਹੈ,
ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਸ ਦਾ ਸਤਿਕਾਰ ਕਰਦੇ ਨੇ, ਉਸ ਦਾ ਅਦਬ ਕਰਦੇ ਨੇ। ਤੇ ਪਾਤਸ਼ਾਹ ਜੀ ਜਦੋਂ ਦੇਖਦੇ ਨੇ ਵੀ ਭਾਈ ਰਾਏ ਬੁਲਾਰ ਆ ਗਿਆ ਤੇ ਮੇਰੇ ਪਿਤਾ ਜੀ ਦੇ ਇਹਨਾਂ ਦੇ ਕੋਲ ਕਾਰਜ ਕਰਦੇ ਨੇ, ਇਹਨਾਂ ਦੇ ਅਧੀਨ ਕੰਮ ਕਰਦੇ ਨੇ, ਤੇ ਪਾਤਸ਼ਾਹ ਜੀ ਨੇ ਰਾਏ ਬੁਲਾਰ ਨੂੰ ਵੀ ਨਮਸਕਾਰ ਕੀਤੀ, ਵੱਡਿਆਂ ਦਾ ਸਤਿਕਾਰ ਕੀਤਾ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਦੋਂ ਉਸ ਰਾਏ ਬੁਲਾਰ ਨੂੰ ਦੇਖਦੇ ਨੇ, ਪਾਪਾਂ ਦਾ ਨਾਸ਼ ਕਰਨ ਵਾਲੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਸ ਰਾਏ ਬੁਲਾਰ ਨੂੰ ਵੀ ਸਿਜਦਾ ਕਰਦੇ ਨੇ। ਪੁਰ ਪਾਲਕ ਦ੍ਰੁਤ ਉਤਰ ਤਰੰਗਾ, ਪਰ ਰੰਬਨ ਕਰ ਸੰਗ ਉਮੰਗਾ। ਤੇ ਫਿਰ ਇਸੇ ਤਰ੍ਹਾਂ ਨਗਰ ਦੀ ਪਾਲਣਾ ਕਰਨ ਵਾਲਾ, ਨਗਰ ਦੀ ਸੰਭਾਲ ਕਰਨ ਵਾਲਾ ਰਾਏ ਬੁਲਾਰ। ਤੇ ਇਸੇ ਤਰ੍ਹਾਂ ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਪਹੁੰਚਦਾ ਹੈ ਨਾ, ਤਾਂ ਤੁਰੰਤ ਕਹਿੰਦੇ ਉਸੇ ਵੇਲੇ ਘੋੜੇ ਤੋਂ ਉਤਰ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਆਪਣੇ ਗਲਵੱਕੜੀ ਦੇ ਵਿੱਚ ਲੈ ਕੇ, ਕਲਾਵੇ ਦੇ ਵਿੱਚ ਲੈ ਕੇ ਬੜੇ ਪ੍ਰੇਮ ਪਿਆਰ ਦੇ ਨਾਲ ਉਹਨਾਂ ਨੂੰ ਲਾਡ ਪਿਆਰ ਕਰਦਾ ਹੈ। ਸਾਦਰ ਸੋ ਨਿਜ ਭਰ ਕਰ ਕਨੀਆਂ, ਚੂਮਤ ਮਸਤਕ ਖੁਸ਼ੀ ਸੁਖਣੀਆਂ। ਤੇ ਬੜੇ ਆਦਰ ਦੇ ਨਾਲ ਕਲਾਵਾ ਭਰ ਕੇ ਆਪਣੇ ਨਾਲ ਉਹਨਾਂ ਨੂੰ ਸੀਸ ਦੇ ਨਾਲ, ਆਪਣੇ ਸਰੀਰ ਦੇ ਨਾਲ ਲਾਉਂਦਾ ਤੇ ਪਿਆਰ ਦੇ ਨਾਲ ਉਸ ਬਾਲਕ ਅਵਸਥਾ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਹੜੇ ਵਿਚਰ ਰਹੇ ਨੇ ਨਾ, ਉਹਨਾਂ ਦਾ ਪਿਆਰ ਦੇ ਨਾਲ, ਸਤਿਕਾਰ ਦੇ ਨਾਲ ਉਹਨਾਂ ਦੇ ਸੀਸ ਨੂੰ ਚੁੰਮਦਾ ਹੈ। ਪਾ ਅਧੀਨ ਮਨ ਕਰ ਬਹੁ ਪਾਉ, ਜਾਣਿਓ ਇਹ ਅਵਤਾਰ ਪ੍ਰਭਾਉ। ਤੇ ਇਸੇ ਤਰ੍ਹਾਂ ਮਨ ਦੇ ਵਿੱਚ ਬਹੁਤ ਸ਼ਰਧਾ ਭਾਵਨਾ ਵੱਧ ਗਈ ਜਦੋਂ ਉਸ ਨੇ ਕੌਤਕ ਦੇਖੇ ਨਾ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਬਾਲ ਲੀਲਾ ਦੇ ਕੌਤਕ ਦੇਖਦਾ ਰਾਏ ਬੁਲਾਰ, ਮਨ ਦੇ ਵਿੱਚ ਪਾਤਸ਼ਾਹ ਜੀ ਦੇ ਪ੍ਰਤੀ ਬੜੀ ਸ਼ਰਧਾ ਭਾਵਨਾ ਵੱਧ ਗਈ ਹੈ। ਪਾਤਸ਼ਾਹ ਜੀ ਦੇ ਪ੍ਰਤੀ ਸ਼ਰਧਾ ਭਾਵਨਾ ਦੇ ਨਾਲ ਆਪਣੇ ਮਨ ਦੇ ਵਿੱਚ ਅਨੁਮਾਨ ਲਗਾ ਰਿਹਾ ਵੀ ਇਹ ਬਾਲਕ ਕੋਈ ਅਵਤਾਰ ਹੈ, ਉਹ ਪਰਮਾਤਮਾ ਦਾ ਅਵਤਾਰ ਹੈ ਇਹ ਬਾਲਕ। ਇਸੇ ਤਰ੍ਹਾਂ ਮਨ ਦੇ ਵਿੱਚ ਅਨੁਮਾਨ ਲਗਾ ਰਿਹਾ ਹੈ। ਬਹੁਰ ਨ ਮਨ ਕਬ ਕੀਨ ਡੁਲਾਉ, ਥਿਰ ਕਰ ਸ਼ਰਧਾ ਤਾਂ ਦਿਨ ਰਾਉ। ਉਸੇ ਦਿਨ ਤੋਂ ਕਹਿੰਦੇ ਰਾਏ ਬੁਲਾਰ ਦੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਤੀ ਸ਼ਰਧਾ ਭਾਵਨਾ ਜਿਹੜੀ ਹੈ ਉਹ ਹੋਰ ਵੱਧ ਗਈ ਹੈ। ਤੇ ਬਾਅਦ ਦੇ ਵਿੱਚ ਕਹਿੰਦੇ ਰਾਏ ਬੁਲਾਰ ਦਾ ਕਿਸੇ ਵੀ ਵਿਚਾਰਧਾਰਾ ਨੂੰ ਲੈ ਕੇ, ਕਿਸੇ ਵੀ ਪੱਖ ਨੂੰ ਲੈ ਕੇ ਰਾਏ ਬੁਲਾਰ ਦਾ ਮਨ ਨਹੀਂ ਡੋਲਿਆ, ਕਿਉਂਕਿ ਪਹਿਲਾਂ ਗਊਆਂ ਚਰਾਉਣ ਵਾਲਾ ਜਿਹੜਾ ਪ੍ਰਸੰਗ ਸੀ ਨਾ, ਉਹ ਰਾਏ ਬੁਲਾਰ ਕਿਤੇ ਨਾ ਮਨ ਦੇ ਵਿੱਚ ਸ਼ੰਕਾ ਪੈਦਾ ਕਰ ਲੈਂਦਾ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਤੀ। ਜਦੋਂ ਹੁਣ ਪਾਤਸ਼ਾਹ ਜੀ ਦੇ ਜੀਵਨ ਦੇ ਬਾਬਤ ਇਹ ਕੌਤਕ ਦੇਖਿਆ, ਆਪਣੀਆਂ ਅੱਖਾਂ ਦੇ ਨਾਲ ਉਹ ਪੂਰਾ ਦ੍ਰਿਸ਼ਟਾਂਤ ਦੇਖਿਆ ਕਿ ਕਿਸ ਤਰ੍ਹਾਂ ਸ਼ੇਸ਼ਨਾਗ ਨੇ ਫਨ ਪਸਾਰ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਛਾਂ ਕੀਤੀ ਹੋਈ ਹੈ, ਉਹ ਸਾਰਾ ਕੁਝ ਦੇਖ ਕੇ ਉਸ ਰਾਏ ਬੁਲਾਰ ਦੇ ਮਨ ਦੇ ਵਿੱਚ ਸ਼ਰਧਾ ਭਾਵਨਾ ਵੱਧ ਗਈ ਹੈ। ਤੇ ਅੱਗੇ ਤੋਂ ਕਿਸੇ ਵੀ ਤਰੀਕੇ ਦੇ ਨਾਲ ਪਾਤਸ਼ਾਹ ਜੀ ਦੀ ਵਿਚਾਰਧਾਰਾ ਦੇ ਨਾਲ ਰਾਏ ਬੁਲਾਰ ਦਾ ਕਿਸੇ ਵੀ ਮਨ ਦੇ ਵਿੱਚ ਮੇਲ ਮਿਟਾਵ ਜਿਹੜਾ ਨਹੀਂ ਹੈ, ਉਹ ਕੋਈ ਵੀ ਹੋਰ ਕਿਸੇ ਤਰ੍ਹਾਂ ਦੀ ਵਿਚਾਰ ਪੈਦਾ ਨਹੀਂ ਹੋ, ਕਿਸੇ ਤਰ੍ਹਾਂ ਦਾ ਵੀ ਵਿਰੋਧਤਾ ਰਾਏ ਬੁਲਾਰ ਨੇ ਮਨ ਦੇ ਵਿੱਚ ਜ਼ਾਹਰ ਨਹੀਂ ਕੀਤੀ। ਤੇ ਉਹ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਸਿਖਿਆਰਥੀ ਬਣ ਗਿਆ, ਉਹਨਾਂ ਨੂੰ ਆਪਣਾ ਅਵਤਾਰ ਜਾਣਦਾ, ਗੁਰੂ ਜਾਣਦਾ ਹੈ ਰਾਏ ਬੁਲਾਰ। ਗੁਰੂ ਕਿਰਪਾ ਕਰੇ। ਇੱਥੋਂ ਤੱਕ ਦਾ ਪ੍ਰਸੰਗ ਅਸੀਂ ਅੱਜ ਦੇ ਦੀਵਾਨਾਂ ਦੇ ਵਿੱਚ ਸਰਵਣ ਕਰ ਚੁੱਕੇ ਹਾਂ। ਰਹਿੰਦੀਆਂ ਵਿਚਾਰਾਂ ਅਸੀਂ ਅਗਲੇਰੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।